22 ਨਵੰਬਰ ਨੂੰ ਜਦੋਂ ਮਤਲਬ 12-1 ਵਜੇ ਦਾ ਟਾਈਮ ਸੀ, ਅਸੀਂ ਆਟੋ ਯੂਨੀਅਨ ਦੇ ਵਿੱਚ ਸਾਰੇ ਬੈਠੇ ਸੀ ਤੇ ਸਾਡੇ ਕੋਲ ਅਚਨਚੇਤ ਮੁੱਖ ਮੰਤਰੀ ਚੰਨੀ ਸਾਹਿਬ ਆਏ। ਉਹਨਾਂ ਨੇ ਜਦੋਂ ਅਸੀਂ ਆਪਣਾ ਮੰਗ ਪੱਤਰ ਅੱਗੇ ਰੱਖਿਆ, ਮੰਗ ਪੱਤਰ ਦੇ ਵਿੱਚ ਪਹਿਲੀ ਮੰਗ ਸੀ ਸਾਡੀ ਸ਼ਹਿਰ ਦੇ ਵਿੱਚ ਯੈਲੋ ਲਾਈਨ ਦੀ, ਜੋ ਸਨ 2008 ਤੋਂ ਮੈਂ ਰੌਲਾ ਪਾ ਰਿਹਾ ਵੀ ਸਾਨੂੰ ਸਟੋਪੇਜ ਲਈ ਜਗ੍ਹਾ ਦਿੱਤੀ ਜਾਵੇ ਤਾਂ ਜੇ ਆਟੋ ਰਿਕਸ਼ਾ ਦੇ ਜਿਹੜੇ ਚਲਾਨ ਆ ਰੋਂਗ ਪਾਰਕਿੰਗ ਦੇ ਨਾ ਹੋਣ। ਉਹ ਕਹਿੰਦੇ ਯਾਰ ਇਹ ਤਾਂ ਹਨੇਰਗਰਦੀ ਹੋ ਗਈ, ਆਟੋ ਵਾਲਾ ਵਿਚਾਰਾ ਗਰੀਬ ਬੰਦਾ ਇੰਨੇ ਮੋਟੇ ਚਲਾਨ ਕਿੱਥੋਂ ਭਰ ਲੂਗਾ ਯਾਰ, ਇਹ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਤੁਹਾਡੇ ਵੱਲ। ਮੈਂ ਕਿਹਾ ਨਹੀਂ ਜੀ ਸਾਡੇ ਵੱਲ ਕਿਸੇ ਨੇ। ਉਹਨਾਂ ਨੇ ਨਾਲ ਹੀ ਅਨਾਊਂਸ ਕਰਤਾ, ਟੇਬਲ 'ਤੇ ਖੜੇ ਹੋ ਕੇ ਸਾਰੀ ਦੁਨੀਆ ਅੱਗੇ, ਸਾਰੇ ਮੀਡੀਆ ਅੱਗੇ ਅਨਾਊਂਸ ਕਰਤਾ ਵੀ ਜਿਹੜੇ ਆਟੋ ਰਿਕਸ਼ਾ ਦੇ ਚਲਾਨ ਆ 1 ਰੁਪਏ ਦੇ ਵਿੱਚ ਹੀ ਭੁਗਤਾਏ ਜਾਣਗੇ। ਤੁਸੀਂ ਦੱਸਿਆ ਕਿ ਯੈਲੋ ਲਾਈਨ ਪੁੱਲ ਥੱਲੇ ਜਗ੍ਹਾ ਜਿਹੜੇ ਕੀ ਆ ਚਲਾਨ ਮਾਫ, ਫਿਰ ਤਾਂ ਤੁਹਾਡਾ ਤੁਸੀਂ ਬਾਗੋ ਬਾਗ ਹੋ ਗਏ ਹੋਣੇ ਕਿ ਚੰਨੀ ਜੀ ਇੱਕਦਮ ਆਏ ਤੇ ਤੁਹਾਨੂੰ ਇੰਨਾ ਸੋਹਣਾ ਗਿਫਟ ਦੇ ਕੇ ਚਲੇ ਗਏ, ਤੁਹਾਨੂੰ ਤਾਂ ਨੀਂਦ ਹੀ ਨਹੀਂ ਆਈ ਹੋਣੀ ਰਾਤੀ। ਮੈਂ ਮਾਈਕ ਵੀ ਲਾਉਂਦਾ ਰਿਹਾ, ਮੈਂ ਟੈਂਟ ਵੀ ਲਾਉਂਦਾ ਰਿਹਾ ਤੇ ਜਦੋਂ ਸਾਡੇ ਕੋਲ ਸਾਨੂੰ ਕਹਿੰਦੇ ਮੈਂ ਆਟੋ ਰਿਕਸ਼ਾ ਵੀ ਚਲਾਇਆ ਹੋਇਆ। ਅਸੀਂ ਵੀ ਸੋਚਿਆ ਵੀ ਸਾਡੇ 'ਚ ਇੱਕ ਇਹੋ ਜਿਹਾ ਸ਼ਖਸ ਆ ਗਿਆ ਜਿਹੜਾ ਸਾਡੇ ਵਿੱਚੋਂ ਨਿਕਲ ਕੇ ਗਿਆ, ਸਾਡੇ ਦੁੱਖ ਦਰਦ ਸਮਝੂਗਾ, ਸਾਡੀਆਂ ਤਕਲੀਫਾਂ ਸਮਝੂਗਾ। ਤੇ ਕੁਛ ਸਮੇਂ ਬਾਅਦ ਅਸੀਂ ਜਦੋਂ ਚਲਾਨ ਭੁਗਤਣ ਗਏ ਆਰਟੀਏ ਸਾਹਿਬ ਕੋਲ 2 ਵਾਰੀ ਤਾਂ ਸਾਨੂੰ ਉਹਨਾਂ ਨੇ ਖਾਲੀ ਮੋੜਤਾ, ਤੀਜੀ ਵਾਰੀ ਉਹਨਾਂ ਨੇ ਕਿਹਾ ਜੀ ਤੁਹਾਡੇ ਜਿਹੜੇ ਆਟੋ ਰਿਕਸ਼ਾ ਬੰਦ ਆ ਪਹਿਲਾਂ ਉਹ ਦਿਓ ਚਲਾਨ। ਉਹ ਸਾਨੂੰ ਇੱਕ ਨਾ ਕਹਿੰਦੇ ਨਾ ਲੋਲੀਪੋਪ ਦੇ ਤਾ ਵੀ ਚੂਸੀ ਜਾਓ, ਉਹ ਕੰਮ ਕੀਤਾ ਸਾਡੇ ਨਾਲ, ਬਹੁਤ ਬੁਰਾ ਹਾਲ ਕੀਤਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਤੇ ਮੈਂ ਹਾਂ ਸੌਰਵ ਅਰੋੜਾ। ਗੱਲ ਕਰਾਂਗੇ ਕਾਂਗਰਸ ਪਾਰਟੀ ਦੀ। ਕਾਂਗਰਸ ਪਾਰਟੀ ਜਿਹੜੀ ਸੀ ਸੱਤਾ 'ਚ ਰਹੀ 5 ਸਾਲ ਤੇ ਜਦੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ, ਥੋੜ੍ਹਾ ਦਿਨ ਗੁਜ਼ਾਰੇ, ਥੋੜ੍ਹੇ ਮਹੀਨੇ ਗੁਜ਼ਾਰੇ ਤੇ ਆਟੋ ਯੂਨੀਅਨ ਦੇ ਪ੍ਰਧਾਨ ਆਟੋ ਯੂਨੀਅਨ ਦੇ ਨਾਲ ਮੇਲ ਵਰਤਾਵ ਕੀਤਾ, ਵੱਡੇ ਵੱਡੇ ਵਾਅਦੇ ਕੀਤੇ, ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਕਹਿੰਦੇ ਸੀਗੇ ਘਰ ਘਰ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ। ਆਟੋ ਵਾਲਿਆਂ ਦਾ ਮਸਲਾ ਹੱਲ ਹੋਇਆ ਜਾਂ ਨਹੀਂ ਹੋਇਆ, ਉਹਨਾਂ ਦੇ ਜਿਹੜੇ ਯੂਨੀਅਨ ਦੇ ਪ੍ਰੈਜ਼ੀਡੈਂਟ ਹੈ ਸਤੀਸ਼, ਉਹਨਾਂ ਨੂੰ ਪੁੱਛਦੇ ਆ। ਸਰ ਜਿਹੜਾ ਕਿ ਆਏ ਸੀ ਤੁਹਾਡੇ ਕੋਲ, ਮੁੱਖ ਮੰਤਰੀ ਪਹੁੰਚੇ ਸੀ ਚਰਨਜੀਤ ਚੰਨੀ, ਕਿੰਨਾ ਕੁ ਤੁਹਾਡੇ ਮਸਲੇ ਹੱਲ ਕਰ ਗਏ? ਜੈ ਸ਼੍ਰੀ ਰਾਮ ਜੀ। 22 ਨਵੰਬਰ ਨੂੰ ਜਦੋਂ ਮਤਲਬ 12-1 ਵਜੇ ਦਾ ਟਾਈਮ ਸੀ, ਅਸੀਂ ਆਟੋ ਯੂਨੀਅਨ ਦੇ ਵਿੱਚ ਸਾਰੇ ਬੈਠੇ ਸੀ ਤੇ ਸਾਡੇ ਕੋਲ ਅਚਨਚੇਤ ਮੁੱਖ ਮੰਤਰੀ ਚੰਨੀ ਸਾਹਿਬ ਆਏ। ਗੱਡੀਆਂ ਜਦੋਂ ਦੁੱਕੀਆਂ ਸਾਨੂੰ ਇੱਦਾਂ ਲੱਗਿਆ ਵੀ ਕਿਤੇ ਆਟੋ ਰਿਕਸ਼ਾ ਬੰਦ ਬੁੰਦ ਕਰਨ ਆ ਗਿਆ, ਇੰਨੀ ਫੋਰਸ ਨਾਲ ਆ ਵੀ ਅਸੀਂ ਇਹੋ ਜਿਹਾ ਕਿਹੜਾ ਕਾਰਾ ਕਰਤਾ। ਲੇਕਿਨ ਜਦੋਂ ਉਤਰੇ ਕਹਿੰਦੇ ਵੀ ਤੁਹਾਡੇ ਪ੍ਰਧਾਨ ਜੀ ਕੋਲ, ਜਦੋਂ ਮੈਂ ਗਿਆ ਕੋਲ, ਮੈਂ ਕਿਹਾ ਹਾਂਜੀ ਹੁਕਮ ਕਰੋ। ਕਹਿੰਦੇ ਵੀ ਤੁਹਾਡੇ ਕੁਛ ਮੰਗਾਂ ਨੇ ਜਾਂ ਕੋਈ ਤਕਲੀਫਾਂ ਨੇ ਸਾਨੂੰ ਦੱਸੋ। ਮੈਂ ਕਿਹਾ ਜੀ ਤਕਲੀਫਾਂ ਸਾਡੀਆਂ ਬਹੁਤ ਨੇ, ਅਸੀਂ ਤਾਂ ਬੜੀ ਦੇਰ ਤੋਂ ਰੌਲਾ ਪਾਈ ਜਾਂਦੇ ਹਾਂ ਪਰ ਸਾਡੀ ਤਕਲੀਫ ਕੋਈ ਦੂਰ ਹੀ ਨਹੀਂ ਹੋਈ। ਅਸੀਂ ਤਾਂ ਜਦੋਂ ਕੈਪਟਨ ਸਾਹਿਬ ਸੀ ਉਦੋਂ ਵੀ ਬੜਾ ਰੌਲਾ ਪਾਇਆ ਤੇ ਉਹਨਾਂ ਨੇ ਜਦੋਂ ਅਸੀਂ ਆਪਣਾ ਮੰਗ ਪੱਤਰ ਅੱਗੇ ਰੱਖਿਆ, ਮੰਗ ਪੱਤਰ ਦੇ ਵਿੱਚ ਪਹਿਲੀ ਮੰਗ ਸੀ ਸਾਡੀ ਸ਼ਹਿਰ ਦੇ ਵਿੱਚ ਯੈਲੋ ਲਾਈਨ ਦੀ, ਜੋ ਸਨ 2008 ਤੋਂ ਮੈਂ ਰੌਲਾ ਪਾ ਰਿਹਾ ਵੀ ਸਾਨੂੰ ਸਟੋਪੇਜ ਲਈ ਜਗ੍ਹਾ ਦਿੱਤੀ ਜਾਵੇ ਤਾਂ ਜੇ ਆਟੋ ਰਿਕਸ਼ਾ ਦੇ ਜਿਹੜੇ ਚਲਾਨ ਆ ਰੋਂਗ ਪਾਰਕਿੰਗ ਦੇ ਨਾ ਹੋਣ। ਪਰੰਤੂ ਉਹਨਾਂ ਨੇ ਕਿਹਾ ਜੀ ਤੁਹਾਡੇ ਯੈਲੋ ਲਾਈਨ ਬਣ ਜੂਗੀ। ਫਿਰ ਮੈਂ ਕਿਹਾ ਸਟੈਂਡਾਂ ਲਈ ਜਗ੍ਹਾ ਨਹੀਂ ਹੈਗੀ, ਸਾਨੂੰ ਵੀ ਪਤਾ ਵੀ ਸ਼ਹਿਰ ਕੰਜਸਟਡ ਆ, ਸਾਨੂੰ ਜਿਹੜੇ ਫਲਾਈਓਵਰ ਦੇ ਥੱਲੇ ਸਪੇਸ ਆ ਸਾਨੂੰ ਉਹੀ ਦਿੱਤੀ ਜਾਵੇ। ਉਹ ਕਹਿੰਦੇ ਇਹ ਵੀ ਮਿਲ ਗਈ ਤੁਹਾਨੂੰ। ਫਿਰ ਉਹਨਾਂ ਨੇ ਮੈਂ ਚਲਾਨ ਦਿਖਾਇਆ, ਆਟੋ ਰਿਕਸ਼ਾ ਵਾਲੇ ਦੇ ਚਲਾਨ ਜਿਹੜੇ ਹੋਏ ਆ ਮੋਟੇ 20,000 ਦੇ, 27,000, 45,000 ਦੇ, 50,000 ਦੇ ਚਲਾਨ ਹੋਏ ਆ, ਉਹ ਦਿਖਾਏ। ਉਹ ਕਹਿੰਦੇ ਯਾਰ ਇਹ ਤਾਂ ਹਨੇਰਗਰਦੀ ਹੋ ਗਈ, ਆਟੋ ਵਾਲਾ ਵਿਚਾਰਾ ਗਰੀਬ ਬੰਦਾ ਇੰਨੇ ਮੋਟੇ ਚਲਾਨ ਕਿੱਥੋਂ ਭਰ ਲੂਗਾ ਯਾਰ, ਇਹ ਤਾਂ ਕਿਸੇ ਨੇ ਦੇਖਿਆ ਹੀ ਨਹੀਂ ਤੁਹਾਡੇ ਵੱਲ। ਮੈਂ ਕਿਹਾ ਨਹੀਂ ਜੀ ਸਾਡੇ ਵੱਲ ਕਿਸੇ ਨੇ। ਉਹਨਾਂ ਨੇ ਨਾਲ ਹੀ ਅਨਾਊਂਸ ਕਰਤਾ, ਟੇਬਲ 'ਤੇ ਖੜੇ ਹੋ ਕੇ ਸਾਰੀ ਦੁਨੀਆ ਅੱਗੇ, ਸਾਰੇ ਮੀਡੀਆ ਅੱਗੇ ਅਨਾਊਂਸ ਕਰਤਾ ਵੀ ਜਿਹੜੇ ਆਟੋ ਰਿਕਸ਼ਾ ਦੇ ਚਲਾਨ ਆ 1 ਰੁਪਏ ਦੇ ਵਿੱਚ ਹੀ ਭੁਗਤਾਏ ਜਾਣਗੇ। ਉਸ ਤੋਂ ਬਾਅਦ ਉਹਨਾਂ ਨੂੰ ਅਸੀਂ ਕਿਹਾ ਵੀ ਸਾਡੇ ਜਿਹੜੇ ਡਰਾਈਵਿੰਗ ਲਾਇਸੈਂਸ ਆ, ਪਹਿਲਾਂ ਤਾਂ 2017 ਤੋਂ ਲੈ ਕੇ 2021 ਤੱਕ ਸਾਡਾ ਲਾਇਸੈਂਸ ਬਣਿਆ ਹੀ ਨਹੀਂ ਸੀਗਾ। ਜੇ 2021 ਦੇ ਵਿੱਚ ਮੈਂ ਬਹੁਤ ਜ਼ਿਆਦਾ ਰੌਲਾ ਪਾਇਆ ਇਹਦਾ ਤੇ ਭਾਰਤ ਭੂਸ਼ਣ ਆਸ਼ੂ ਨੂੰ ਮਿਲਿਆ ਤੇ ਉਹਨਾਂ ਨੇ ਚਲੋ ਸਾਡਾ ਇਹ ਕੰਮ ਕਰਾ ਵੀ ਦਿੱਤਾ, ਪਰੰਤੂ ਉਹਦੇ ਵਿੱਚ ਵੀ ਸਾਡਾ ਇੱਕ ਨਾ ਮਾਤਰ ਕੰਮ ਰਹਿ ਗਿਆ ਕਿਉਂਕਿ ਸੁਪਰੀਮ ਕੋਰਟ ਦੇ ਹੁਕਮਾਂ ਅਨੁਸਾਰ LMB ਲਾਇਸੈਂਸ ਕੋਈ ਵੀ ਹੈ ਨਾ, ਉਹ ਇੱਕ ਅਨਪੜ੍ਹ ਬੰਦੇ ਦਾ ਵੀ ਬਣ ਸਕਦਾ। ਜਦ ਅਨਪੜ੍ਹ ਬੰਦੇ ਦਾ ਲਾਇਸੈਂਸ ਬਣ ਸਕਦਾ ਤਾਂ ਟੈਪ ਟੈਸਟ ਕਿਵੇਂ ਦਊਗਾ? ਆਪਾਂ ਜਦੋਂ ਉੱਥੇ ਲਾਇਸੈਂਸ ਆਪਾਂ ਟਰਾਈ ਲਈ ਜਾਂਦੇ ਹਾਂ ਨਾ ਤੇ ਟੈਪ ਟੈਸਟ ਲੈਂਦੇ ਹਾਂ। ਮੈਂ ਜਦੋਂ ਇਹ ਰੌਲਾ ਪਾਇਆ, ਜਦ ਬੰਦਾ ਹੀ ਅਨਪੜ੍ਹ ਹੋਊਗਾ ਉਹ ਤਾਂ ਉਹਨੂੰ ਤਾਂ ਐਂਡਰੋਇਡ ਫੋਨ ਹੀ ਨਹੀਂ ਫੜਨਾ ਆਉਂਦਾ, ਉਹ ਟੈਪ ਟੈਸਟ ਕਿਵੇਂ ਦਊਗਾ? ਪਰ ਮੈਂ ਤੁਹਾਡੀ ਗੱਲ ਕਰਦਾ ਪਿਆ ਤੁਹਾਡੀ। ਤੁਸੀਂ ਦੱਸਿਆ ਕਿ ਯੈਲੋ ਲਾਈਨ ਪੁੱਲ ਥੱਲੇ ਜਗ੍ਹਾ ਜਿਹੜੇ ਕੀ ਆ ਚਲਾਨ ਮਾਫ, ਫਿਰ ਤਾਂ ਤੁਹਾਡਾ ਤੁਸੀਂ ਬਾਗੋ ਬਾਗ ਹੋ ਗਏ ਹੋਣੇ ਕਿ ਚੰਨੀ ਜੀ ਇੱਕਦਮ ਆਏ ਤੇ ਤੁਹਾਨੂੰ ਇੰਨਾ ਸੋਹਣਾ ਗਿਫਟ ਦੇ ਕੇ ਚਲੇ ਗਏ, ਤੁਹਾਨੂੰ ਤਾਂ ਨੀਂਦ ਹੀ ਨਹੀਂ ਆਈ ਹੋਣੀ ਰਾਤੀ। ਬਾਗੋ ਬਾਗ ਤਾਂ ਤੁਸੀਂ ਇਹ ਦੱਸੋ, ਮੇਰੇ ਨਾਲ ਜਿਹੜੇ ਆਟੋ ਵਾਲੇ ਖੜੇ ਸੀ ਉਹਨਾਂ ਨੇ ਤਾਂ ਇਹ ਸੋਚਿਆ ਵੀ ਸਾਕਸ਼ਾਤ ਸਾਡੇ ਘਰ ਭਗਵਾਨ ਹੀ ਆ ਗਏ ਜਦੋਂ ਉਹ ਸਾਡੇ ਕੋਲ ਆਏ ਨਾ। ਜਿੱਦਾਂ ਉਹਨਾਂ ਦੇ ਗੱਲ ਕਰਨ ਦੇ ਭਾਵ ਹੁੰਦੇ ਆ, ਮੈਂ ਮੰਜੇ ਵੀ ਬੁਣੇ ਆ, ਮੈਂ ਮਾਈਕ ਵੀ ਲਾਉਂਦਾ ਰਿਹਾ, ਮੈਂ ਟੈਂਟ ਵੀ ਲਾਉਂਦਾ ਰਿਹਾ ਤੇ ਜਦੋਂ ਸਾਡੇ ਕੋਲ ਆਏ ਸਾਨੂੰ ਕਹਿੰਦੇ ਮੈਂ ਆਟੋ ਰਿਕਸ਼ਾ ਵੀ ਚਲਾਇਆ ਹੋਇਆ।
ਅਸੀਂ ਵੀ ਸੋਚਿਆ ਵੀ ਸਾਡੇ 'ਚ ਇੱਕ ਇਹੋ ਜਿਹਾ ਸ਼ਖਸ ਆ ਗਿਆ ਜਿਹੜਾ ਸਾਡੇ ਵਿੱਚੋਂ ਨਿਕਲ ਕੇ ਗਿਆ, ਸਾਡੇ ਦੁੱਖ ਦਰਦ ਸਮਝੂਗਾ, ਸਾਡੀਆਂ ਤਕਲੀਫਾਂ ਸਮਝੂਗਾ, ਮਤਲਬ ਬਹੁਤ ਪ੍ਰੋਬਲਮ ਸਮਝੂਗਾ। ਅਸੀਂ ਕਿਹਾ ਲੈ ਹੁਣ ਸਾਡਾ ਉਧਾਰ ਹੋ ਗਿਆ ਵੀ ਆਟੋ ਰਿਕਸ਼ਾ ਦੇ ਜਿਹੜੀਆਂ ਮੁਸੀਬਤਾਂ ਦੇ ਦਿਨ ਸੀ ਨਾ ਉਹ ਖਤਮ ਹੋ ਗਏ। ਜਿਵੇਂ ਉਹ ਕਹਿੰਦੇ ਨਾ ਅੱਛੇ ਦਿਨ ਆਏਂਗੇ, ਸਾਡੇ ਹੁਣ ਅੱਛੇ ਦਿਨ ਆ ਗਏ। ਸਾਨੂੰ ਬੜਾ ਖੁਸ਼ੀ ਜਿਹੀ ਹੋਈ, ਅਸੀਂ ਬੜਾ ਮਤਲਬ ਇੰਨਾ ਖੁਸ਼ ਹੋਏ ਨਾ, ਇੰਨਾ ਖੁਸ਼ ਹੋਏ। ਉਸ ਤੋਂ ਬਾਅਦ ਅਸੀਂ ਧੰਨਵਾਦੀ ਮੀਟਿੰਗ ਵੀ ਰੱਖੀ, ਪ੍ਰੈਸ ਕਾਨਫਰੰਸ ਰੱਖੀ, ਧੰਨਵਾਦ ਕੀਤਾ ਉਹਨਾਂ ਦਾ, ਕਿਉਂਕਿ 2 ਮੁੱਖ ਮੰਤਰੀ ਉਦੋਂ ਸਾਨੂੰ ਮਿਲ ਕੇ ਗਏ ਸੀ, ਕੇਜਰੀਵਾਲ ਵੀ ਮਿਲ ਕੇ ਗਏ ਸੀ, ਇਹ ਵੀ ਮਿਲ ਕੇ ਗਏ ਸੀ। ਅਤੇ ਕੁਛ ਸਮੇਂ ਬਾਅਦ ਅਸੀਂ ਜਦੋਂ ਚਲਾਨ ਭੁਗਤਣ ਗਏ RTI ਸਾਹਿਬ ਕੋਲ 2 ਵਾਰੀ ਤਾਂ ਸਾਨੂੰ ਉਹਨਾਂ ਨੇ ਖਾਲੀ ਮੋੜਤਾ। ਤੀਜੀ ਵਾਰੀ ਉਹਨਾਂ ਨੇ ਕਿਹਾ ਜੀ ਤੁਹਾਡੇ ਜਿਹੜੇ ਆਟੋ ਰਿਕਸ਼ਾ ਬੰਦ ਆ, ਪਹਿਲਾਂ ਉਹ ਦਿਓ ਚਲਾਨ। ਮੈਂ ਉਹਨਾਂ ਨੂੰ ਚਲਾਨ ਫੜਿਆ, ਉਹਨਾਂ ਨੇ 9 ਚਲਾਨ ਵਿੱਚੋਂ ਕੱਢੇ, 9 ਆਟੋ ਰਿਕਸ਼ਾ ਛੱਡਤੇ। ਛੱਡੇ ਕਾਹਦੇ, ਉਹ ਨਾ ਛੱਡੇ ਵਰਗੇ ਆ। ਆਟੋ ਰਿਕਸ਼ਾ ਛੱਡਤੇ, ਚਲਾਨ ਹਜੇ ਵੀ ਔਨਲਾਈਨ ਬੋਲੀ ਜਾਂਦੇ ਆ, ਉਹਦਾ ਜੁਰਮਾਨਾ ਭੁਗਤਣਾ ਹੀ ਪੈਣਾ ਸਾਨੂੰ। ਉਹ ਸਾਨੂੰ ਇੱਕ ਨਾ ਕਹਿੰਦੇ ਨਾ ਲੋਲੀਪੋਪ ਦੇ ਤਾ ਵੀ ਚੂਸੀ ਜਾਓ, ਉਹ ਕੰਮ ਕੀਤਾ ਸਾਡੇ ਨਾਲ, ਬਹੁਤ ਬੁਰਾ ਹਾਲ ਕੀਤਾ। ਅਤੇ ਯੈਲੋ ਲਾਈਨ ਜਿਹੜੀ ਆ 4 ਚੌਂਕਾਂ ਦੇ ਵਿੱਚ ਸਟੈਪ ਬਾਏ ਸਟੈਪ ਮੇਰੇ ਸਾਨੂੰ ਅੱਧਾ ਕਿਲੋਮੀਟਰ ਵੀ ਨਹੀਂ ਲੱਗੀ, ਸਮਝ ਲਓ 2 ਕਿਲੋਮੀਟਰ ਦੀ ਯੈਲੋ ਲਾਈਨ ਲੱਗੀ ਆ। ਉਹਦੇ ਉੱਤੇ ਵੀ ਰੇਹੜੀ ਫੜੀ ਦਾ ਕਬਜ਼ਾ ਅਤੇ ਨਾਲੇ ਬੱਸਾਂ ਦੇ ਸਟੋਪ ਜਿਹੜੇ ਨਜਾਇਜ਼ ਨੇ ਉਹਨਾਂ ਨੂੰ ਦੇਤਾ। ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਅਚਾਨਕ ਕਿੱਦਾਂ ਚਰਨਜੀਤ ਚੰਨੀ ਜਿਹੜਾ ਤੁਹਾਡੇ ਕੋਲ ਪਹੁੰਚ ਜਾਂਦੇ, ਕਿਉਂਕਿ ਮੈਨੂੰ ਪਤਾ ਲੱਗਿਆ ਸੀਗਾ ਤੁਹਾਡੀ ਜਿਹੜੀ ਮੀਟਿੰਗ ਸੀਗੀ ਅਰਵਿੰਦ ਕੇਜਰੀਵਾਲ ਨਾਲ ਸੀਗੀ ਸ਼ਾਮ ਨੂੰ ਗੁਰੂ ਨਾਨਕ ਦੇਵ ਭਵਨ, ਅਤੇ ਅਚਾਨਕ ਉਹ ਕਿੱਦਾਂ ਤੁਹਾਡੇ ਤੱਕ ਪਹੁੰਚ ਗਏ? ਤੁਹਾਨੂੰ ਕਿੱਦਾਂ ਉਹਨਾਂ ਨੇ ਰਾਤ ਨੂੰ ਹੀ ਤੁਹਾਨੂੰ ਮਨਾ ਲਿਆ ਕਿ ਅਸੀਂ ਪਹਿਲਾਂ ਤੁਹਾਨੂੰ ਮਿਲਣਾ? ਕਿੱਦਾਂ ਇਹ ਮੇਲ ਮਿਲਾਪ ਹੋਇਆ? ਕਿਉਂਕਿ ਦੁਨੀਆ ਜਾਣਨਾ ਚਾਹੁੰਦੀ ਹੈ, ਕਿਉਂਕਿ ਲੋਕ ਜਦੋਂ ਤੁਹਾਡੇ ਤੱਕ ਪਹੁੰਚੇ ਸੀ ਲੋਕਾਂ ਨੂੰ ਸੀਗਾ ਅਚਾਨਕ ਪਹੁੰਚ ਗਏ। ਇਹ ਪਹਿਲਾਂ ਪਲਾਨ ਸੀਗਾ, ਕਿੱਦਾਂ ਸੀਗਾ ਇਹ? ਜੇ ਸੱਚਾਈ ਪੁੱਛੋ ਤਾਂ 2 ਦਿਨ ਪਹਿਲਾਂ ਸਾਨੂੰ ਅਰਵਿੰਦ ਕੇਜਰੀਵਾਲ ਜੀ ਦਾ ਉੱਧਰੋਂ ਮੈਸੇਜ ਆਇਆ, ਸਾਡੇ ਕੋਲ ਉਹਨਾਂ ਦੇ ਕਾਰਜਕਰਤਾ ਆਏ, ਕਹਿੰਦੇ ਵੀ ਕੇਜਰੀਵਾਲ ਤੁਹਾਨੂੰ ਮਿਲਣਾ ਚਾਹੁੰਦੇ ਆ। ਮੈਂ ਕਿਹਾ ਵੀ ਸਾਡੇ ਕੋਲ ਇੰਨਾ ਟਾਈਮ ਹੀ ਨਹੀਂ, ਅਸੀਂ ਦਿੱਲੀ ਚਲੇ ਗਏ। ਅਤੇ ਅਸੀਂ ਵੀ ਸੋਚਿਆ ਕਿਤੇ ਹਵਾ ਹੁਵਾ ਹੀ ਹੋਣੀ ਆ, ਕਿਹੜਾ ਮੁੱਖ ਮੰਤਰੀ ਸਾਨੂੰ ਮਿਲੂਗਾ, ਵੀ ਆਟੋ ਰਿਕਸ਼ਾ ਵਾਲਿਆਂ ਨੂੰ ਕੀ ਕਰਨਾ ਉਹਨਾਂ ਨੇ ਮਿਲ ਕੇ। ਕਹਿੰਦੇ ਨਹੀਂ ਉਹ ਇੱਥੇ ਮਿਲਣ ਆਉਣਗੇ, ਤੁਹਾਨੂੰ ਗੁਰੂ ਨਾਨਕ ਸਟੇਡੀਅਮ 'ਚ ਮਿਲਣ ਆਉਣਗੇ, ਤੁਸੀਂ ਟਾਈਮ ਦਿਓ। ਮੈਂ ਕਿਹਾ ਜੀ ਕੋਈ ਚੱਕਰ ਨਹੀਂ, ਅਸੀਂ ਮਿਲ ਲਾਂਗੇ। ਉਹ ਜਦੋਂ ਇੰਨੀ ਗੱਲ ਹੋਈ ਅਤੇ ਅਸੀਂ ਹੁਣ ਆਟੋ ਰਿਕਸ਼ਾ ਵਾਲਿਆਂ ਨੂੰ ਵੀ ਦੱਸਣਾ ਸੀ ਵੀ ਮੁੱਖ ਮੰਤਰੀ ਸਾਹਿਬ ਉੱਥੇ ਦਿੱਲੀ 'ਤੇ ਸਾਨੂੰ ਮਿਲਣ ਆ ਰਹੇ ਆ, ਅਤੇ ਅਸੀਂ ਅਨਾਊਂਸ ਕਰਨਾ ਸੀ। ਮੈਂ ਪ੍ਰੈਸ ਕਾਨਫਰੰਸ ਰੱਖਣੀ ਸੀ। ਪ੍ਰੈਸ ਕਾਨਫਰੰਸ ਰੱਖਦੇ ਸਾਰੀ ਮਤਲਬ ਮੈਨੂੰ ਫੋਨ ਆਉਣੇ ਸ਼ੁਰੂ ਹੋ ਗਏ। ਮੈਂ ਨਾਮ ਨਹੀਂ ਲੈਣਾ ਕਿਸੇ ਦਾ, ਕਿਉਂਕਿ ਹਰ ਇੱਕ ਦੀ ਇੱਕ ਸੀਕਰੇਸੀ ਹੁੰਦੀ ਆ, ਵਧੀਆ ਗੱਲ ਹੈ। ਕਿਉਂਕਿ ਜੇ ਮੈਂ ਹੀ ਇਮਾਨਦਾਰ ਨਹੀਂ ਤਾਂ ਮੈਂ ਕਿਸੇ ਨੂੰ ਕੀ ਇਮਾਨਦਾਰ ਬਣਾਊਂਗਾ। ਫੋਨ ਆਉਣੇ ਸ਼ੁਰੂ ਹੋ ਗਏ, ਮੇਰੇ ਕੋਲ ਰਿਕਾਰਡ ਹੈ, ਮੈਂ ਪ੍ਰੂਫ ਵੀ ਹੈਗਾ, ਲੇਕਿਨ ਮੈਂ ਕੁਛ ਵੀ ਤੁਹਾਨੂੰ ਦਿਖਾਊਂਗਾ ਨਹੀਂ। ਜੇ ਜ਼ਰੂਰਤ ਪਈ ਦਿਖਾ ਵੀ ਦਊਂਗਾ, ਪਰ ਹਜੇ ਫਿਲਹਾਲ ਜ਼ਰੂਰਤ ਨਹੀਂ ਹੈ। ਰਾਤ ਨੂੰ ਮੈਨੂੰ ਫੋਨ ਆ ਗਿਆ, ਰਾਤ ਨੂੰ ਮੈਨੂੰ ਬੁਲਾਇਆ ਗਿਆ ਉੱਥੇ। ਜਦੋਂ ਬੁਲਾਇਆ ਗਿਆ ਅਤੇ ਉੱਥੇ ਤਕਰੀਬਨ ਸਾਰੇ ਹੀ ਬੈਠੇ ਸੀ, ਮੰਤਰੀ ਤੰਤਰੀ ਅਤੇ ਅਫਸਰ ਵੀ ਸਾਰੇ ਬੈਠੇ ਸੀ। ਕਹਿੰਦੇ ਇੱਦਾਂ ਕਰਕੇ ਮਤਲਬ ਕੱਲ੍ਹ ਚੰਨੀ ਸਾਹਿਬ ਨੇ ਤੁਹਾਨੂੰ ਮਿਲਣਾ ਨਾ। ਮੈਂ ਸਮਝ ਗਿਆ ਵੀ ਉਹਨਾਂ ਦੀ ਇੰਟੈਲੀਜੈਂਸੀ ਨੂੰ ਪਤਾ ਲੱਗ ਗਿਆ ਵੀ ਇਹਨਾਂ ਨੇ ਕੇਜਰੀਵਾਲ ਸਾਹਿਬ ਇਹਨਾਂ ਨੂੰ ਮਿਲਣ ਆ ਰਿਹਾ, ਵੀ ਪਹਿਲਾਂ ਹੀ ਮੈਂ ਇਹਨਾਂ ਦੀ ਸਿੰਪਤੀ ਲੈ ਲੈਣਾ। ਉਹਨਾਂ ਨੇ ਸਾਡੇ ਕੋਲ ਸਿੰਪਤੀ ਲਈ ਆ, ਸਾਨੂੰ ਕੁਛ ਦਿੱਤਾ ਲਿੱਤਾ ਨਹੀਂ ਹੈ। ਅਸੀਂ ਸੋਚਿਆ ਮੈਂ ਜਿੱਥੇ ਤੱਕ ਸੁਣਿਆ ਸੀ ਵੀ ਇੰਨਾ ਕੁਛ ਉਹਨਾਂ ਨੇ ਅਨਾਊਂਸ ਕੀਤਾ, ਕਿਉਂ ਆਮ ਪਬਲਿਕ ਨੂੰ ਕੀ ਪਤਾ। ਸਾਨੂੰ ਜਿੱਥੇ ਤੱਕ ਸਾਨੂੰ ਕਹਿਤਾ ਨੌਕਰੀਆਂ ਪੱਕੇ ਕੀਤੇ ਜਾਣਗੇ, ਆਹ ਕਰਤੇ ਉਹ ਕਰਤੇ, ਅਸੀਂ ਵੀ ਕਹਿੰਦੇ ਸੀ ਹੋ ਗਏ। ਜਿੱਦਾਂ ਉਹਨਾਂ ਨੇ ਸਾਡੇ 9 ਚਲਾਨ ਭੁਗਤੇ, ਅਸੀਂ ਉਹਨਾਂ ਦਾ ਬਹੁਤ ਵੱਡਾ ਵੈਲਕਮ ਕਰਤਾ, ਬਹੁਤ ਵੱਡਾ ਧੰਨਵਾਦ ਕਰਤਾ। ਆਮ ਪੂਰੇ ਪੰਜਾਬ ਨੂੰ ਕੀ ਹੋ ਗਿਆ, ਲੈ ਵੀ ਆਟੋ ਵਾਲਾ ਰਿਕਸ਼ਾ ਦੇ ਕੰਮ ਹੋ ਗਏ, ਕਿਉਂਕਿ ਲੋਕ ਭਾਵੁਕ ਹੋ ਗਏ ਵੀ ਜੇ ਆਟੋ ਵਾਲਾ ਦੇ ਕੰਮ ਹੋਏ ਸਾਡੇ ਵੀ ਹੋਣਗੇ। ਪਰ ਹੈ ਕੀ ਇਹ ਧੋਖਾਧੜੀ, 100% ਧੋਖਾਧੜੀ ਸਾਡੇ ਨਾਲ ਕੀਤੀ ਗਈ। 9 ਚਲਾਨ ਭੁਗਤ ਕੇ ਉਸ ਤੋਂ ਬਾਅਦ ਸਾਨੂੰ ਨੇੜੇ ਨਹੀਂ ਲੱਗਣ ਦਿੱਤਾ ਗਿਆ। ਸਾਨੂੰ ਇਹ ਕਿਹਾ ਗਿਆ ਵੀ ਤੁਹਾਡਾ ਨੋਟੀਫਿਕੇਸ਼ਨ ਆ ਰਿਹਾ। ਜਦੋਂ ਚੋਣ ਜਾਬ ਲੱਗਣ ਵਾਲੀ ਸੀ, ਮੈਂ ਮੰਤਰੀ ਸਾਹਿਬ ਦੇ ਘਰੇ ਸਵੇਰੇ 7 ਵਜੇ ਆਪਣੇ ਆਟੋ ਰਿਕਸ਼ਾ ਚਾਲਕ ਨਾਲ ਲੈ ਕੇ ਬਹਿ ਜਾਂਦਾ ਸੀ। 9 ਵਜੇ ਮੰਤਰੀ ਸਾਹਿਬ ਮਿਲਦੇ, ਸਤੀਸ਼ ਜੀ ਅਸੀਂ ਨੋਟੀਫਿਕੇਸ਼ਨ ਕਢਾ ਰਹੇ ਹਾਂ, ਤੁਸੀਂ ਚਿੰਤਾ ਨਾ ਕਰੋ, ਤੁਹਾਡੇ ਕੋਲ ਪਹੁੰਚ ਜੂਗਾ। ਜਦੋਂ ਚੋਣ ਜਾਬ ਲੱਗਣ ਵਾਲਾ 1-2 ਦਿਨ ਪਹਿਲਾਂ ਮੈਂ ਮੈਸੇਜ ਪਾਈ ਗਿਆ, ਮੰਤਰੀ ਸਾਹਿਬ ਤੁਹਾਨੂੰ ਮੈਂ ਮਿਲਣਾ, ਅਤੇ ਮੈਸੇਜ ਦਾ ਮੈਨੂੰ ਰਿਮਾਈਂਡਰ ਤਾਂ ਆਇਆ ਨਹੀਂ, ਮੈਨੂੰ ਵਟਸਐਪ ਕਾਲ ਆ ਗਈ, ਕਹਿੰਦੇ ਜੀ ਸਤੀਸ਼ ਜੀ ਇਹ ਤੁਹਾਡੇ ਨਾ ਅਸੀਂ ਲੋਕ ਅਦਾਲਤ 'ਚ ਭੇਜ ਦਾਂਗੇ ਚਲਾਨ। ਮੈਂ ਸਮਝ ਗਿਆ ਵੀ ਉਹ ਲੋਲੀਪਾਪ ਸ਼ੁਰੂ ਹੋ ਗਿਆ ਸਾਡਾ। ਇੱਕ ਉਹਨਾਂ ਨੇ ਕਿਹਾ ਸੀ ਇੱਕ ਸਰਟੀਫਿਕੇਟ ਜਾਰੀ ਕਰੂੰਗਾ, ਤੁਹਾਨੂੰ ਡਰਾਈਵਿੰਗ ਲਾਇਸੈਂਸ ਦੀ ਲੋੜ ਨਹੀਂ ਹੈ। ਦੇਖੋ ਕਿੱਡੀ ਖਤਰਨਾਕ ਚੀਜ਼ ਆ, ਔਰ ਕਿੰਨੀ ਭਾਵੁਕ ਜੇ ਕਰਨ ਵਾਲੀ ਚੀਜ਼ ਆ। ਇੱਕ ਅਨਪੜ੍ਹ ਬੰਦਿਆਂ ਨੂੰ ਕਿੰਨਾ ਉਹਨਾਂ ਨੇ ਆਪਣੀ ਸਿੰਪਤੀ ਬਣਾਉਣ ਲਈ ਕਹਿ ਤਾ ਵੀ ਡਰਾਈਵਿੰਗ ਲਾਇਸੈਂਸ ਦੀ ਲੋੜ ਹੀ ਨਹੀਂ ਹੈ, ਐਕਟ ਨੂੰ ਹੀ ਖਤਮ ਕਰਤਾ। ਇੱਕ ਮੁੱਖ ਮੰਤਰੀ ਪੂਰੇ ਹਿੰਦੁਸਤਾਨ ਦਾ ਐਕਟ ਹੀ ਖਤਮ ਕਰਤਾ ਵੀ ਡਰਾਈਵਿੰਗ ਲਾਇਸੈਂਸ ਦੀ ਲੋੜ ਹੀ ਨਹੀਂ ਹੈ। ਪਰੰਤੂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਨਾ ਵੀ ਐਕਟ ਦੇ ਵਿੱਚ ਡਰਾਈਵਿੰਗ ਲਾਇਸੈਂਸ ਦੀ ਲੋੜ ਆ। ਡਰਾਈਵਿੰਗ ਲਾਇਸੈਂਸ ਦੀ ਲੋੜ ਕਿਉਂ ਆ? ਕੱਲ੍ਹ ਨੂੰ ਸਾਡਾ ਆਟੋ ਰਿਕਸ਼ਾ 2-2.5 ਲੱਖ ਰੁਪਏ ਦਾ ਆਟੋ ਰਿਕਸ਼ਾ, ਉਹਦੇ 'ਚ 6 ਜਾਨਾਂ ਪਿੱਛੇ ਬੈਠੀਆਂ ਜਾਂ 4 ਜਾਨਾਂ ਪਿੱਛੇ ਬੈਠੀਆਂ, ਇੱਕ ਡਰਾਈਵਰ ਬੈਠਾ, ਐਕਸੀਡੈਂਟ ਹੋਊਗਾ ਉਹਦਾ ਕਲੇਮ ਵੀ ਲੈਣਾ ਆਟੋ ਦਾ, ਅਤੇ ਜਿਹੜੇ ਵਿੱਚ ਸਵਾਰੀਆਂ ਨੇ ਉਹਨਾਂ ਦਾ ਕਲੇਮ ਵੀ ਲੈਣਾ। ਜੇ ਸਾਡੇ ਕੋਲ ਡਰਾਈਵਿੰਗ ਲਾਇਸੈਂਸ ਹੋਊਗਾ ਤਾਂ ਹੀ ਸਾਨੂੰ ਕਲੇਮ ਮਿਲਣਾ। ਵੀ ਐਡੇ ਪੜ੍ਹੇ ਲਿਖੇ ਮੰਤਰੀ, ਮੁੱਖ ਮੰਤਰੀ ਹੋ ਕੇ ਸਾਨੂੰ ਇਹੋ ਜਿਹੀਆਂ ਗੱਲਾਂ ਕਰਨ, ਮਤਲਬ ਮੂਰਖ ਬਣਾਉਣ ਵਾਲੀਆਂ, ਬਿਲਕੁਲ ਹੀ ਮੂਰਖ ਬਣਾਉਣ ਵਾਲੀ ਗੱਲ ਆ ਇਹ, ਹੋਰ ਕੁਛ ਨਹੀਂ ਹੈਗਾ। ਅਤੇ ਕਹਿੰਦਾ ਜੀ ਤੁਹਾਨੂੰ ਡਰਾਈਵਿੰਗ ਲਾਇਸੈਂਸ ਦੀ ਮੈਂ ਰੇਸ਼ੋ ਖਤਮ ਕਰ ਦੂੰ, ਮੈਂ ਨੋਟੀਫਿਕੇਸ਼ਨ ਜਾਰੀ ਕਰ ਦੂੰ। ਹਾਸਾ ਤਾਂ ਅੰਦਰੋਂ ਨਿਕਲ ਲੱਗਾ ਸੀ। ਅਸੀਂ ਉਦੋਂ ਰੋਕਿਆ ਵੀ ਚਲੋ ਕੋਈ ਗੱਲ ਨਹੀਂ, ਜੋ ਇਹ ਕਰਦੇ ਠੀਕ ਹੈ।
ਕਹਿ ਲੈਂਦੇ ਆ, ਕਰਕੇ ਦਿਖਾਉਂਦੇ ਨਹੀਂ। ਸ਼ਾਇਦ ਕੋਈ ਇਹੋ ਜਿਹੇ ਡਿਸੀਜਨ ਨਿਕਲ ਜਾਣ, ਕਿਉਂਕਿ ਸਰਕਾਰਾਂ ਨੇ ਆਪਣਾ ਕੰਮ ਕਰਦੀਆਂ ਨੇ, ਕੋਈ ਚੱਕਰ ਨਹੀਂ। ਜੇ ਮੈਂ ਤੁਹਾਨੂੰ ਪਿੱਛੇ ਦੀ ਗੱਲ ਦੱਸਦਾ, ਸਾਡੇ ਨਾ ਆਟੋ ਰਿਕਸ਼ਾ ਦੇ ਜਿਹੜੇ ਨਵੇਂ ਆਟੋ ਰਿਕਸ਼ਾ ਦੇ ਪਰਮਿਟ ਸੀ ਨਾ ਡੀਜ਼ਲ ਦੇ, 2008-9 ਦੇ ਵਿੱਚ ਬੰਦ ਹੋ ਗਏ। ਉਸ ਤੋਂ ਬਾਅਦ ਇਹਨਾਂ ਨੇ ਕੀ ਕੀਤਾ ਸਰਕਾਰਾਂ ਨੇ, ਮੈਂ ਤੁਹਾਨੂੰ ਚੀਜ਼ਾਂ ਦੱਸੂਗਾ ਨਾ, ਮੇਰੇ ਕੋਲ ਇੰਨੀਆਂ ਕੁ ਗੱਲਾਂ ਨੇ, ਤੁਹਾਨੂੰ ਹਾਸਾ ਦੂਰੇ ਹੋ ਜਾਏਗਾ ਵੀ ਆਹ ਸਾਡੇ ਮੰਤਰੀ ਨੇ ਅਤੇ ਆਹ ਸਾਡੇ ਅਫਸਰ ਨੇ ਜਿਹੜੇ ਆਹ ਪੰਜਾਬ ਨੂੰ ਚਲਾਉਣ ਵਾਲੇ ਨੇ, ਇਹਨਾਂ ਦੇ ਹਾਲ ਦੇਖੋ ਕੀ ਆ ਤੁਸੀਂ। ਇਹਨਾਂ ਨੇ ਕੀ ਕੀਤਾ, ਕੰਪਨੀਆਂ ਨਾਲ ਮਿਲ ਕੇ ਇਹਨੂੰ ਇੱਕ ਮੈਕਸੀ ਕੈਬ ਪਰਮਿਟ ਦੇਤਾ ਆਟੋ ਰਿਕਸ਼ਾ ਨੂੰ। ਮੈਕਸੀ ਕੈਬ ਦਾ ਜੋ ਤੁਸੀਂ ਸਾਰਾ ਡਾਟਾ ਪੜ੍ਹੋਗੇ, ਸਟੱਡੀ ਕਰੋਗੇ ਨਾ, ਤੁਸੀਂ ਔਨਲਾਈਨ ਸਟੱਡੀ ਕਰਕੇ ਦੇਖੋ, ਉਹਦੇ 'ਚ 4 ਚੱਕੇ ਚਾਹੀਦੇ ਆ, ਸੀਟ ਬੈਲਟਸ ਚਾਹੀਦੀ ਆ, ਠੀਕ ਆ ਜੀ। ਸੀਟ ਬੈਲਟ ਤੋਂ ਬਾਅਦ ਉਹਨੂੰ ਆਪਣਾ ਤਾਕੀਆਂ ਲੱਗੀਆਂ ਹੋਣੀਆਂ ਚਾਹੀਦੀਆਂ ਨੇ, ਉਹਦੇ 'ਚ ਫਾਇਰ ਬ੍ਰਿਗੇਡ ਦਾ ਸਿਲੰਡਰ ਪਿਆ ਹੋਣਾ ਚਾਹੀਦਾ। ਮਤਲਬ ਬੜੀਆਂ ਉਹਦੇ 'ਚ ਕੰਡੀਸ਼ਨਸ ਨੇ। ਆਟੋ ਰਿਕਸ਼ਾ ਨੂੰ ਨਾ ਤਾਂ 4 ਚੱਕੇ ਲੱਗੇ ਹੁੰਦੇ ਆ, ਨਾ ਉਹਦੀਆਂ ਤਾਕੀਆਂ ਹੁੰਦੀਆਂ, ਨਾ ਉਹਨੂੰ ਸੀਟ ਬੈਲਟ ਲੱਗੀ ਹੁੰਦੀ ਆ, ਉਹਨੂੰ ਚੁੱਕ ਕੇ ਮੈਕਸੀ ਕੈਬ ਦਾ ਪਰਮਿਟ ਦੇ ਦਿੱਤਾ। ਆਹ ਸਾਡੀ ਪੰਜਾਬ ਸਰਕਾਰ ਆ। ਮੈਂ ਕਹਿੰਦਾ ਕਿਹੜੀ ਅਨਪੜ੍ਹਾਂ ਵਾਲੀ ਸਰਕਾਰ ਆ, ਬਿਲਕੁਲ ਹੀ ਅਨਪੜ੍ਹਾਂ ਵਾਲੀ ਸਰਕਾਰ ਆ। ਚਾਹੇ ਅਕਾਲੀ ਸੀਗੀ ਇੰਨੀ ਦੇਰ ਰਾਜ ਕੀਤਾ, ਚਾਹੇ ਕਾਂਗਰਸ ਆ, ਜਮਾ ਹੀ ਸਾਡੇ ਤੱਪੜ ਰੋਲ ਤੇ ਆਟੋ ਰਿਕਸ਼ਾ ਦੇ। ਅੱਜ ਕੀ ਕੀਤਾ ਇਹਨਾਂ ਨੇ, 2019 ਦੇ ਵਿੱਚ ਇਹਨਾਂ ਨੇ ਆਪਣੇ ਆਪ ਹੀ ਕਹਿਤਾ ਜੀ ਇਹ ਡਾਕੂਮੈਂਟ ਸੀਨ ਨਹੀਂ ਹੋਣਗੇ। ਉਹ ਤੁਹਾਨੂੰ ਮੈਂ ਸਿਸਟਮ ਸਮਝਾਉਣਾ ਕਿਵੇਂ। ਅੱਗੇ ਸਾਡਾ ਚਲਾਨ ਹੋ ਜਾਂਦਾ ਸੀ, ਜੇ ਡਾਕੂਮੈਂਟ ਸਾਡੇ ਘਰ ਰਹਿ ਗਏ ਜਾਂ ਆਲਰੇਡੀ ਚਲਾਨ 'ਚ ਪਏ ਹੋਏ ਆ, ਅਸੀਂ ਉਹ ਡਾਕੂਮੈਂਟ ਦਿਖਾਉਂਦੇ ਸੀ, ਉਹ ਸਾਡਾ ਦੇਖ ਕੇ ਉਹਦਾ 100 ਰੁਪਈਆ ਫਾਈਨ ਕਰ ਦਿੰਦੇ ਸੀਗੇ। ਪਰੰਤੂ ਉਹ 2019 ਦੇ ਵਿੱਚ ਜਦੋਂ ਇਹ ਹੋਏ ਨਹੀਂ ਨਾ, ਅਤੇ 27,000 ਰੁਪਏ ਜੁਰਮਾਨਾ, 28,000 ਰੁਪਏ ਜੁਰਮਾਨਾ। ਜਦੋਂ ਮੈਂ ਇਹਦਾ ਸਰਵੇ ਕੀਤਾ, ਆਟੋ ਰਿਕਸ਼ਾ ਵਾਲਿਆਂ ਨਾਲ ਗੱਲਬਾਤ ਕੀਤੀ, ਉਹ ਕਹਿੰਦੇ ਹਾਂਜੀ ਸਾਡੇ ਜੁਰਮਾਨੇ ਇੰਨੇ ਹੀ ਹੋ ਰਹੇ ਮਾਮਾ ਜੀ। ਮੈਂ ਖੁਦ ਆਰਟੀਏ ਸਾਹਿਬ ਨੂੰ ਮਿਲਿਆ, ਮੈਂ ਕਿਹਾ ਆਰਟੀਏ ਸਾਹਿਬ ਆ ਕੀ ਚੱਕਰ ਆ? ਕਹਿੰਦੇ ਜੀ ਇਹ ਬੰਦ ਹੋ ਗਈ, ਸੀਨਿੰਗ ਨਹੀਂ ਹੋਣੀ। ਮੈਂ ਕਿਹਾ ਨੋਟੀਫਿਕੇਸ਼ਨ ਦੇ ਦਿਓ। ਕਹਿੰਦਾ ਨੋਟੀਫਿਕੇਸ਼ਨ ਅਜੇ ਆਈ ਨਹੀਂ। ਮੈਂ ਕਿਹਾ ਫਿਰ ਤੁਸੀਂ ਕਿਵੇਂ ਬੰਦ ਕਰਤੇ? ਮੈਂ ਕਿਹਾ ਚਲੋ ਕੋਈ ਗੱਲ ਨਹੀਂ। ਮੈਂ ਉੱਪਰ SDC ਸਾਹਿਬ ਨਾਲ ਗੱਲ ਕੀਤੀ, ਉਹ ਕਹਿੰਦੇ ਜੀ ਮੇਰਾ ਇਹ 'ਚ ਕੋਈ ਰੋਲ ਨਹੀਂ ਹੈ, ਇਹ ਲੋਅ ਦੇ ਵਿੱਚ ਹੈ। ਮੈਂ ਕਿਹਾ ਲੋਅ ਦੀ ਕਾਪੀ ਦੇ ਦਿਓ। ਲੋਅ ਦੀ ਕਾਪੀ ਵੀ ਹੈ ਨਹੀਂ। ਫਿਰ ਆਰਟੀਏ ਸਾਹਿਬ ਨਾਲ ਮੈਨੂੰ ਕਈ ਵਾਰੀ ਭਾਵੁਕ ਹੋ ਕੇ ਸਾਨੂੰ ਝਗੜਨਾ ਵੀ ਪੈਂਦਾ ਅਫਸਰਾਂ ਨਾਲ। ਇਹੋ ਜਿਹੀ ਗੱਲ ਨਹੀਂ ਹੈ, ਜਦੋਂ ਸਾਨੂੰ ਦਿਖਦਾ ਹੀ ਨਹੀਂ ਕੁਛ ਪਿਆ ਤਾਂ ਅਸੀਂ ਬੋਲਾਂਗੇ ਹੀ ਵੀ। ਮੈਂ ਕਹਿੰਦਾ ਆਰਟੀਏ ਸਾਹਿਬ ਤੁਸੀਂ ਬੰਦ ਕੀਤੇ, ਤੁਸੀਂ ਉਹਦਾ ਨੋਟੀਫਿਕੇਸ਼ਨ ਤੋਂ ਬਿਨਾਂ ਕਿਵੇਂ ਬੰਦ ਕਰਤੇ? ਕਹਿੰਦੇ ਮੈਨੂੰ ਵਰਬਲੀ ਆਰਡਰ ਆ। ਆਹ ਦੇਖੋ ਤੁਸੀਂ, ਸਾਡੀਆਂ ਸਰਕਾਰਾਂ ਅਤੇ ਸਾਡੇ ਅਫਸਰ ਵਰਬਲੀ ਆਰਡਰ ਕਦੇ ਸਰਕਾਰੀ ਕੰਮ ਦੇ ਵਿੱਚ ਮੰਨੇ ਜਾਂਦੇ ਆ? ਇੱਕ 100 ਰੁਪਏ ਜੁਰਮਾਨੇ ਨੂੰ ਇਹ ਇੱਕ ਨਾ ਮੈਂ ਤੁਹਾਨੂੰ ਦੱਸਾਂ, ਇੱਕ ਸਾਜ਼ਿਸ਼ ਰਚੀ ਗਈ ਆ ਆਟੋ ਰਿਕਸ਼ਾ ਨੂੰ ਬੰਦ ਕਰਨ ਦੀ। ਉਹ ਕਿਉਂ? ਬਾਹਰਲੀਆਂ ਕੰਪਨੀਆਂ ਤੋਂ ਪੈਸੇ ਖਾਧੇ ਹੁੰਦੇ ਇਹਨਾਂ ਨੇ। ਓਲਾ, ਉਬਰ, ਇਹ ਕੰਪਨੀਆਂ ਚੱਲਦੀਆਂ ਪਈਆਂ ਨੇ, ਜਿਨ੍ਹਾਂ ਦੇ ਆਹ ਚੱਲਦੀਆਂ ਪਈਆਂ ਟੈਕਸੀਆਂ, ਉਹਨਾਂ ਕੋਲ ਪੈਸੇ ਖਾਧੇ ਹੋਏ ਆ। ਉਹ ਇੱਕ ਆਟੋ ਰਿਕਸ਼ਾ 10 ਰੁਪਏ ਦੇ ਵਿੱਚ ਇੱਕ ਜਗ੍ਹਾ ਤੋਂ 10 ਕਿਲੋਮੀਟਰ ਤੱਕ ਸਵਾਰੀ ਦੀ ਸੇਵਾਵਾਂ ਦੇ ਰਿਹਾ। ਜਿਹੜੇ ਗਰੀਬ ਪਰਸਨ ਨੇ, ਜਿਹੜੇ ਇੱਥੇ ਫੈਕਟਰੀਆਂ 'ਚ ਨੌਕਰੀਆਂ ਕਰਦੇ ਨੇ, ਜਿਹੜੇ ਰੇਹੜੀ ਫੇੜੀ ਚਲਾਉਂਦੇ ਨੇ, ਉਹਨਾਂ ਨੂੰ 10 ਰੁਪਏ ਸੇਵਾਵਾਂ ਦੇ ਰਿਹਾ। ਉਹ ਕਿੱਥੋਂ 200-300 ਰੁਪਈਆ ਓਲਾ ਉਬਰ ਦੇ ਖਰਚ ਲੂਗਾ? ਇੰਨਾ ਕੁ ਪਰੇਸ਼ਾਨ ਕੀਤਾ ਜਾ ਰਿਹਾ ਆਟੋ ਵਾਲਿਆਂ ਨੂੰ। ਇਹ ਹੁਣ ਤੁਹਾਨੂੰ ਮੈਂ ਸਹੀ ਦੱਸਾਂ, ਜੇ ਇਹ 2022 ਦੇ ਵਿੱਚ ਇਹ ਸਿਸਟਮ ਨਾ ਚੁੱਕਿਆ ਗਿਆ ਨਾ, ਅਤੇ 2023 ਦੇ ਵਿੱਚ ਇੱਕ ਵੀ ਆਟੋ ਰਿਕਸ਼ਾ, ਮੇਰੀ ਜਵਾਨੀ ਸੁਣ ਲਓ, ਇੱਕ ਵੀ ਆਟੋ ਰਿਕਸ਼ਾ ਰੋਡ 'ਤੇ ਨਹੀਂ ਮਿਲੂਗਾ। ਮੈਂ ਆਟੋ ਰਿਕਸ਼ਾ ਵਾਲਿਆਂ ਨੂੰ ਵੀ ਦੱਸਣਾ ਚਾਹੁੰਦਾ, ਇਹਦੇ ਲਈ ਜੰਗ ਲੜਨੀ ਪੈਣੀ ਆਪਾਂ ਨੂੰ। ਜਦ ਕਿ ਇਹਦਾ ਕੋਈ ਲਾਅ ਨਹੀਂ ਹੈਗਾ, ਕੋਈ ਇਹਦਾ ਨੋਟੀਫਿਕੇਸ਼ਨ ਨਹੀਂ ਹੈਗਾ। ਇਹ ਇਹਨਾਂ ਨੇ ਆਪ ਹੀ ਬੰਦ ਕੀਤੇ ਆ। ਇੱਕ ਸਾਜ਼ਿਸ਼, ਪੂਰੀ ਤਰੀਕੇ ਨਾਲ ਸਾਜ਼ਿਸ਼ ਰਚੀ ਗਈ ਆ। ਕਰੋੜਾਂ ਅਰਬਾਂ ਰੁਪਈਏ ਕੋ ਖਾ ਕੇ ਥੈਲੀਆਂ ਥੂਲੀਆਂ ਲੈ ਕੇ ਇਹਨਾਂ ਨੇ ਕੰਮ ਕੀਤਾ। ਮੈਂ ਸਪਸ਼ਟ ਬਿਲਕੁਲ ਕੀਤਾ ਇਹ। ਜਦ ਇੱਕ ਨੋਟੀਫਿਕੇਸ਼ਨ ਹੀ ਨਿਕਲਿਆ, ਮੈਂ ਸਾਰਾ ਸਟੱਡੀ ਕੀਤਾ, ਇਹਨਾਂ ਦੇ ਮਗਰ ਵੀ ਲੱਗਿਆ ਰਿਹਾ। ਮੈਨੂੰ ਤਾਂ ਉਲਟਾ ਕਹਿੰਦੇ ਤੂੰ ਵਿਹਲਾ ਇਹ ਕੰਮਾਂ ਨੂੰ ਲੱਗਿਆ ਹੋਇਆ। ਮੈਂ ਤੁਹਾਡੀ ਗੱਲ ਰੋਕਣਾ ਚਾਹੂੰਗਾ। ਇਹ ਜਿੱਦਾਂ ਹੁਣ ਤੁਹਾਡਾ ਕੋਈ ਵਾਅਦਾ ਨਹੀਂ ਪੂਰਾ ਹੋਇਆ, ਜਿੱਦਾਂ ਕਹਿ ਦਿੱਤਾ ਕਿ ਮੈਂ ਇੰਨੇ ਵਾਅਦੇ ਪੂਰੇ ਕਰਤੇ, ਹਵਾ ਹਵਾਈ ਨਿਕਲ ਗਏ ਵਾਅਦੇ। ਅਤੇ ਜਦੋਂ ਇੰਨਾ ਕੁਝ ਹੋ ਗਿਆ, ਇੰਨਾ ਕੁਝ ਕਰਤਾ ਕਿ ਆਏ ਹਫੜ ਦਫੜ ਹੋ ਗਈ ਜੀ, ਇਹ ਕਰ ਦਿਓ, ਉਹ ਕਰ ਦਿਓ। ਹੁਣ ਤੁਸੀਂ ਆਪਣੇ ਆਟੋ ਯੂਨੀਅਨ ਦੇ ਜਿੰਨੇ ਤੁਹਾਡੇ ਲੋਕ ਹੈ ਪੂਰੇ ਪੰਜਾਬ ਦੇ ਵਿੱਚ, ਤੁਸੀਂ ਉਹਨਾਂ ਨੂੰ ਕੀ ਮੈਸੇਜ ਦਿੱਤਾ? ਇਹ ਆਟੋ ਰਿਕਸ਼ਾ ਯੂਨੀਅਨ ਦੇ ਪਿੱਛੇ ਜੇ ਮੈਂ ਪ੍ਰੈਸ ਕਾਨਫਰੰਸ ਕੀਤੀ ਸੀ, ਉੱਥੇ ਮੈਂ ਲੋਲੀਪੋਪ ਵੀ ਦਿਖਾਏ ਅਤੇ ਛੁੰਛਨੇ ਵੀ ਦਿਖਾਏ। ਆਹ ਦੇਖੋ ਜੀ, ਸਾਨੂੰ ਸਰਕਾਰਾਂ ਇਹ ਦਿੰਦੀਆਂ ਪਈਆਂ, ਛੁੰਛਨੇ ਅਤੇ ਲੋਲੀਪੋਪ ਦਿੰਦੀਆਂ ਪਈਆਂ। ਜਦੋਂ ਮੈਂ ਇਹ ਦਿਖਾਇਆ ਅਤੇ ਮੈਂ ਨਾਲ ਹੀ ਅਨਾਉਂਸ ਕਰਤਾ ਸੀ ਆਟੋ ਰਿਕਸ਼ਾ ਚਾਲਕਾਂ ਨੂੰ ਵੀ, ਇਹ ਕਹਿਤਾ ਸੀ ਵੀ ਕਾਂਗਰਸ ਸਰਕਾਰ ਦਾ ਬਿਲਕੁਲ ਬਾਈਕਾਟ ਆ। ਅੱਗੋਂ ਆਪਾਂ ਥੋੜ੍ਹੇ ਦਿਨ ਬਾਅਦ ਦੇਖਾਂਗੇ ਵੀ ਇਹ ਸਾਡਾ ਕੋਈ ਸਿਸਟਮ ਕਿਹੜੇ ਤਰੀਕੇ ਨਾਲ ਚੱਲਦਾ। ਕਿ ਮੈਂ ਗਡਕਰੀ ਸਾਹਿਬ ਨੂੰ ਮਿਲੂੰਗਾ, ਉੱਪਰ ਜਾ ਕੇ ਮਿਲੂੰਗਾ ਹਾਈ ਲੈਵਲ 'ਚ, ਅਤੇ ਜੇ ਸਾਡਾ ਸਿਸਟਮ ਠੀਕ ਨਾ ਹੋਇਆ ਤਾਂ ਅਗਲਾ ਸਾਡਾ ਜਿਹੜਾ ਸੰਘਰਸ਼ ਆ ਬਹੁਤ ਤੇਜ਼ ਹੋਊਗਾ ਹਰ ਤਰ੍ਹਾਂ ਦਾ। ਪਹਿਲਾਂ ਤਾਂ ਮੈਂ ਹੁਣ ਚੰਨੀ ਸਾਹਿਬ ਕੋਲ ਜਾਣਾ 2-4 ਦਿਨ ਦੇ ਵਿੱਚ ਹੀ। ਜਿਹੜੇ ਲੋਲੀਪੋਪ 'ਤੇ ਉਹ ਸਾਨੂੰ ਛੁੰਛਨੇ ਦੇ ਕੇ ਗਏ ਆ, ਮੈਂ ਆਟੋਆਂ ਦਾ ਜੱਥਾ ਇੱਥੋਂ ਲੈ ਕੇ ਜਾਣਾ, ਪੂਰਾ 101 ਆਟੋਆਂ ਦਾ ਜੱਥਾ ਲੈ ਕੇ ਜਾਊਂਗਾ। ਉਹਨਾਂ ਦੇ ਇੱਕ ਚਮਕੌਰ ਸਾਹਿਬ, ਉਹਨਾਂ ਦੀ ਜਿਹੜੀ ਹਵੇਲੀ ਆ, ਉੱਥੇ ਦੇ ਕੇ ਆਊਂਗਾ ਵਾਪਸ। ਵੀ ਜਿਹੜੇ ਸ਼ਬਦੀ ਰੂਪ ਦੇ ਵਿੱਚ ਲੋਕਾਂ ਨੂੰ ਤੁਸੀਂ ਗਰੀਬ ਆਟੋ ਚਾਲਕਾਂ ਦੀਆਂ ਜਿਹੜੇ ਤੁਸੀਂ ਬਦਦੁਆਵਾਂ ਲੈਣੀਆਂ, ਇੰਨਾ ਮੂਰਖ ਬਣਾ ਕੇ ਗਏ ਹੋ, ਉਹ ਜਿਹੜੇ ਤੁਸੀਂ ਸ਼ਬਦੀ ਰੂਪ ਦੇ ਵਿੱਚ ਲੋਲੀਪੋਪ 'ਤੇ ਛੁੰਛਨੇ ਦੇ ਗਏ ਹੋ, ਅਸੀਂ ਤੁਹਾਨੂੰ ਵਾਪਸ ਦੇਣ ਆ ਰਹੇ ਹਾਂ ਸਨਮਾਨ ਸਹਿਤ। ਅਤੇ ਮੈਂ ਇਹ ਕਹਿੰਦਾ ਵੀ ਜਿਹੜੇ ਆਟੋ ਰਿਕਸ਼ਾ ਵਾਲਿਆਂ ਨੇ ਇਹ ਤੁਸੀਂ ਇੰਨੇ ਭੱਦੇ ਮਜ਼ਾਕ ਕਰਕੇ ਗਏ ਨਾ, ਤੁਹਾਨੂੰ ਬਦਦੁਆਵਾਂ ਬਹੁਤ ਲੱਗਣੀਆਂ ਨੇ। ਤੁਸੀਂ ਖੁਦ ਦੇਖਿਓ
ਇਹ ਬਦਦੁਆ ਜਿਹੜੀ ਹੁੰਦੀ ਆ ਨਾ, ਇਹ ਤੱਪੜ ਰੋਲ ਕੇ ਰੱਖ ਦਿੰਦੀ ਆ। ਤੁਹਾਡੀ ਜਿਹੜੀ ਕੁਰਸੀਆਂ ਜਿਹੜੀਆਂ ਤੁਸੀਂ ਸੱਤਾ ਲਈ ਆਪਣੇ ਵਾਅਦੇ ਕਰਕੇ ਗਰੀਬਾਂ ਨਾਲ ਐਡੇ ਐਡੇ ਮਜ਼ਾਕ ਕਰਕੇ ਜਾਂਦੇ ਹੋ ਨਾ, ਤੁਹਾਡੀ ਕੁਰਸੀ ਦੀ ਕੋਈ ਵੀ ਲੱਤ ਨਹੀਂ ਰਹਿਣੀ, ਸਾਰੀਆਂ ਦੀ ਸਾਰੀਆਂ ਲੱਤਾਂ ਖਤਮ ਹੋਣਗੀਆਂ। ਮੈਂ ਤੁਹਾਨੂੰ ਅੱਜ ਵੀ ਸਮਝਾਉਂਦਾ ਵਾ, ਆਪਣੇ ਆਪ 'ਚ ਰਹੋ। ਇੰਨੇ ਝੂਠੇ ਵਾਅਦੇ ਕਰਕੇ, ਇੰਨੇ ਗਲਤ ਫਰੇਬ, ਝੂਠ, ਠੱਗੀ, ਇਹ ਬਿਲਕੁਲ ਬੰਦ ਕਰ ਦਿਓ। ਲੋਕੀ ਜਾਗਰੂਕ ਹੋ ਚੁੱਕੇ ਆ, ਲੋਕ ਪਹਿਲਾਂ ਵਰਗੇ ਨਹੀਂ ਹੈਗੇ ਜਿੱਦਾਂ ਤੁਸੀਂ ਸਮਝਦੇ ਸੀ। ਪਹਿਲਾਂ ਆਪਾਂ ਸ਼ਰਾਬ ਦੀ ਬੋਤਲ ਦੇ ਕੇ ਜਾਂ ਤੁਹਾਨੂੰ 2000 ਦੀ ਉਹਨੂੰ ਥੈਲੀ ਰਾਸ਼ਨ ਦੀ ਬਣਾ ਕੇ ਜਾਂ ਕੋਈ 1500 ਰੁਪਇਆ ਦੇ ਕੇ ਵੋਟ ਪੈ ਜੂਗੀ। ਹੁਣ ਉਹ ਵੋਟਾਂ ਨਹੀਂ ਪੈਣੀਆਂ। ਆਟੋ ਰਿਕਸ਼ਾ ਚਾਲਕਾਂ ਦੀ, ਮੈਂ 30,000 ਆਟੋ ਜਿਹੜਾ ਵਾ ਉਹ ਲੁਧਿਆਣੇ ਚੱਲਦਾ ਵਾ ਤਕਰੀਬਨ, ਅਤੇ 2 ਤੋਂ 2.5 ਲੱਖ ਆਟੋ ਜਿਹੜਾ ਨਾ ਉਹ ਪੂਰੇ ਪੰਜਾਬ ਵਿੱਚ ਚੱਲਦਾ। ਮਤਲਬ 20 ਲੱਖ ਵੋਟ ਇਹਨਾਂ ਦੀ ਹੈਗੀ ਆ। 20 ਲੱਖ ਵੋਟ ਤੋਂ ਤਾਂ ਹੱਥ ਧੋ ਲਿਆ ਕਾਂਗਰਸ ਸਰਕਾਰ ਨੇ। ਜਿਹੜੀਆਂ ਬਾਕੀ ਸਰਕਾਰਾਂ ਨੇ ਉਹ ਵੀ ਆਪਣੀ ਮਨਸ਼ਾ ਸਮਝ ਲੈਣ। ਜੇ ਤਾਂ ਸੇਵਾ ਦਾ ਭਾਵ ਹੈਗੀ ਆ ਤਾਂ ਅੱਗੇ ਆਓ। ਜੇ ਤੁਹਾਡਾ ਵੀ ਇਹੀ ਤਰੀਕੇ ਆ ਖਾਣ ਪੀਣ ਦੇ, ਤਾਂ ਤੁਸੀਂ ਬਿਲਕੁਲ ਇਸ ਸਪਤਾਹ 'ਚ ਨਾ ਆਓ, ਕਿਉਂਕਿ ਹੁਣ ਕਲਯੁਗ ਦਾ ਵੀ, ਜੇ ਕਹਿੰਦੇ ਨਾ ਕਲਯੁਗ ਬਹੁਤ ਤੇਜ਼ ਆ, ਅਤੇ ਕਲਯੁਗ ਦਾ ਐਂਡ ਵੀ ਹੁੰਦਾ ਵਾ, ਐਂਡ ਵੀ ਹੋਣ ਵਾਲਾ ਵਾ। ਅਰਵਿੰਦ ਕੇਜਰੀਵਾਲ ਵੀ ਤੁਹਾਨੂੰ ਮਿਲੇ ਸੀ ਸ਼ਾਮ ਨੂੰ, ਉੱਥੇ ਵੀ ਤੁਹਾਡੀ ਗੱਲਬਾਤ ਹੋਈ। ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੀ ਵਿਧਾਨ ਸਭਾ ਜਿਹੜੀਆਂ ਚੋਣਾਂ ਆਉਣ ਵਾਲੀਆਂ, ਆਉਣ ਵਾਲੇ ਕਿਹਦੀ ਸਰਕਾਰ ਬਣ ਸਕਦੀ ਹੈ? ਦੇਖੋ ਜੀ, ਇਹ ਤਾਂ ਸਰਕਾਰਾਂ ਦੀ ਪਾਲਿਸੀਆਂ ਨੇ। ਅਸੀਂ ਇੱਕ ਛੋਟੇ ਜਿਹੇ ਸਿਸਟਮ ਨਾਲ ਜੁੜੇ ਹਾਂ, ਆਟੋ ਰਿਕਸ਼ਾ ਸਿਸਟਮ ਨਾਲ। ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ। ਅਤੇ ਮੈਂ ਇੰਨਾ ਜ਼ਰੂਰ ਪੁੱਛਿਆ ਸੀਗਾ ਅਰਵਿੰਦ ਕੇਜਰੀਵਾਲ ਜੀ ਨੂੰ, ਮੈਂ ਕਿਹਾ ਜੀ ਤੁਹਾਡੀ ਸਰਕਾਰ ਆਉਂਦੀ ਹੈ ਅਤੇ ਤੁਸੀਂ ਸਾਡੇ ਆਟੋ ਰਿਕਸ਼ਾ ਵਾਲਿਆਂ ਨਾਲ ਕੀ ਕਰੋਗੇ? ਖੈਰ ਉਹਨਾਂ ਨੇ, ਮੁੱਖ ਮੰਤਰੀ ਨੇ, ਠੀਕ ਆ, ਜਿੱਦਾਂ ਇਹਨਾਂ ਨੇ ਝੂਠੇ ਵਾਅਦੇ ਕੀਤੇ, ਅਸੀਂ ਇਹ ਨਹੀਂ ਕਹਿੰਦੇ ਉਹ ਝੂਠੇ ਵਾਅਦੇ ਕਰਦੇ ਨੇ ਜਾਂ ਕਰਨਗੇ ਜਾਂ ਕੁਛ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ। ਪਰ ਉਹਨਾਂ ਨੇ ਮੈਨੂੰ ਜਵਾਬ ਬੜਾ ਵਧੀਆ ਦਿੱਤਾ। ਕਹਿੰਦੇ ਸਤੀਸ਼ ਜੀ, ਜਦੋਂ ਸਾਡੀ ਸਰਕਾਰ ਆਊਗੀ ਨਾ, ਉਦੋਂ ਜਿਹੜੀ ਆਟੋ ਰਿਕਸ਼ਾ ਦੀ ਪਾਲਿਸੀ ਆ, ਉਹ ਆਟੋ ਰਿਕਸ਼ਾ ਦੇ ਜਿਹੜੇ ਮੇਨ ਬੰਦੇ ਵਿੱਚ ਪਾ ਕੇ ਅਤੇ ਮੈਂ ਆਪਣੇ ਅਫਸਰ ਦੇ ਦੂੰਗਾ, ਉਸ ਹਿਸਾਬ ਨਾਲ ਹੀ ਪਾਲਿਸੀ ਬਣੂਗੀ। ਮੈਨੂੰ ਉਹਨਾਂ ਦੀ ਗੱਲ ਤਾਂ, ਸੁਝਾਅ ਤਾਂ ਵਧੀਆ ਲੱਗਿਆ, ਪਰ ਇਹ ਨਿਭਦੇ ਕਿੱਥੇ ਹੁੰਦੇ? ਸੁਝਾਅ ਤਾਂ ਇਹ ਵੀ ਦੇ ਕੇ ਗਏ ਸੀ, ਇਹ ਤਾਂ ਵਾਅਦੇ ਕਰਕੇ ਮੁੱਕਰ ਗਏ। ਅਤੇ ਚਲੋ, ਜਦੋਂ ਕੋਈ ਸਰਕਾਰ ਬਣੂਗੀ ਉਹ ਦੇਖਾਂਗੇ ਕੀ ਕਰਦੀ ਕੀ ਨਹੀਂ ਕਰਦੀ। ਫਿਲਹਾਲ ਤਾਂ ਮੈਂ ਕੁਛ ਨਹੀਂ ਕਹਿ ਸਕਦਾ ਇਹਨਾਂ ਬਾਰੇ ਵੀ। ਤੁਸੀਂ ਦੇਖ ਸਕਦੇ ਹੋ ਕਿ ਆਟੋ ਯੂਨੀਅਨ ਦੇ ਪ੍ਰੈਜ਼ੀਡੈਂਟ ਸਤੀਸ਼ ਕੁਮਾਰ ਜਿਹੜੇ ਸਾਡੇ ਨਾਲ ਗੱਲਬਾਤ ਕੀਤੀ ਅਤੇ ਵੱਡੀਆਂ ਗੱਲਾਂ ਹੋਈਆਂ। ਕਾਂਗਰਸ ਸਰਕਾਰ ਨੇ ਵੱਡੇ ਵਾਅਦੇ ਕੀਤੇ ਸੀਗੇ, ਕਿਹਾ ਕਿ ਜਿਹੜੇ ਲੋਲੀਪੌਪ ਦੇ ਕੇ ਗਏ ਹੈ ਉਹ ਸੂਤ ਸਮੇਤ ਵਾਪਸ ਕਰਕੇ ਆਵਾਂਗੇ, ਆਟੋ ਦਾ ਪੂਰਾ ਜੱਥਾ ਲੈ ਕੇ ਜਾਵਾਂਗੇ ਉਹਨਾਂ ਵੱਲ ਅਤੇ ਉਹਨਾਂ ਨੂੰ ਦੱਸਾਂਗੇ ਕਿ ਝੂਠੇ ਵਾਅਦੇ ਨਾ ਕਰੋ, ਜੇ ਵਾਅਦੇ ਕਰਨੇ ਆ ਸੱਚੇ ਕਰੋ। ਅਤੇ ਹੋਰ ਵੀ ਬੜੀਆਂ ਵੱਡੀਆਂ ਗੱਲਾਂ ਹੋਈਆਂ। ਤੁਸੀਂ ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ। ਕੈਮਰਾਮੈਨ ਪੰਕਜ ਸ਼ਰਮਾ ਦੇ ਨਾਲ ਸੌਰਵ ਅਰੋੜਾ ਦੀ ਰਿਪੋਰਟ।